ਇਹ ਉਹੀ ਪਰਿਵਾਰ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇੱਕ ਆਜ਼ਾਦੀ ਲੈਣ ਵਾਸਤੇ। ਤੇ ਉਸੇ ਆਜ਼ਾਦੀ ਦੇ ਵਿੱਚ ਆਪਾਂ ਖੰਭ ਜਿਹੜੇ ਖੋਲ੍ਹ ਕੇ ਚੱਲ ਸਕਦੇ ਹਾਂ, ਆਪਣੇ ਅਧਿਕਾਰਾਂ ਦੀ ਗੱਲ ਕਰ ਸਕਦੇ ਹਾਂ, ਪਰ ਉਸ ਸਮੇਂ ਦੇ ਵਿੱਚ ਸ਼ਾਇਦ ਨਹੀਂ ਕਰ ਸਕਦੇ ਸੀ। ਆਜ਼ਾਦੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। 75ਵਾਂ ਜੋ ਆਪਣਾ ਆਜ਼ਾਦੀ ਦਿਵਸ ਆ ਉਹ ਪੂਰਾ ਹੋ ਚੁੱਕਿਆ। 76ਵਾਂ ਆਜ਼ਾਦੀ ਦਿਵਸ ਆਪਾਂ ਮਨਾ ਰਹੇ ਹਾਂ ਸਾਰੇ ਜਾਣੇ। ਨਾਮਵਰ ਸ਼ਖਸੀਅਤ ਸਾਡੇ ਪਿਤਾ ਜੀ ਸੀਗੇ, ਜਥੇਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਕਿ ਮਹਾਤਮਾ ਗਾਂਧੀ ਜੀ ਵੱਲੋਂ ਜੋ ਡੂ ਔਰ ਡਾਈ ਦਾ ਨਾਅਰਾ ਲਾਇਆ ਗਿਆ ਸੀ, ਕਰੋ ਜਾਂ ਮਰੋ ਦਾ ਨਾਅਰਾ ਲਾਇਆ ਗਿਆ ਸੀ, ਜਿਸ ਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਸਟਾਰਟ ਕੀਤਾ 9 ਅਗਸਤ 1942 ਨੂੰ 1942 ਨੂੰ ਕੁਇਟ ਇੰਡੀਆ ਮੂਵਮੈਂਟ ਦਾ ਜੋ ਆਗਾਜ਼ ਸਟਾਰਟ ਕੀਤਾ। ਲਾਰਡ ਵਾਇਸਰਾਏ ਵਿੰਸਟਨ ਚਰਚਿਲ ਵੱਲੋਂ ਪ੍ਰਾਈਮ ਮਿਨਿਸਟਰ ਜੋ ਸੀਗੇ ਉਸ ਵਕਤ, ਉਹਨਾਂ ਵੱਲੋਂ ਵੀ ਇਹ ਦੱਸਿਆ ਗਿਆ ਸੀਗਾ ਵੀ 1857 ਦੀ ਕ੍ਰਾਂਤੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਜੋ ਫੈਰੋਸ਼ੀਅਸ ਅਤੇ ਸਭ ਤੋਂ ਜੰਗਜੂ ਮੂਵਮੈਂਟ ਹੋਈ ਹੈ ਉਹ ਕੁਇਟ ਇੰਡੀਆ ਮੂਵਮੈਂਟ ਹੋਈ ਹੈ। ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਸੁਤੰਤਰਤਾ ਸੰਗਰਾਮੀ, ਆਜ਼ਾਦ ਹਿੰਦ ਫੌਜ ਵਿੱਚ ਉਹਨਾਂ ਨੇ ਸੁਭਾਸ਼ ਚੰਦਰ ਬੋਸ ਜੀ ਨਾਲ ਆਜ਼ਾਦੀ ਦਾ ਸੰਘਰਸ਼ ਲੜਿਆ, ਜਿਸ ਵਿੱਚ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ। ਅਤੇ ਦੇਸ਼ ਦੇ ਵਿੱਚ ਆਜ਼ਾਦ ਹਿੰਦ ਫੌਜ ਜਿਹੜੀ ਸੁਭਾਸ਼ ਚੰਦਰ ਬੋਸ ਜੀ ਦੁਆਰਾ ਬਣਾਈ ਗਈ ਸੀ ਉਸ ਦੇ ਨਾਲ ਉਹ ਚੱਲਦੇ ਰਹੇ। ਦੇਸ਼ ਜ਼ਰੂਰ ਆਜ਼ਾਦ ਹੋ ਗਿਆ ਪਰ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਇਆ। ਸਾਡੀ ਨੌਜਵਾਨ ਪੀੜ੍ਹੀ ਦੇਖੋ ਕਿੱਥੇ ਜਾ ਰਹੀ ਹੈ, ਨਸ਼ਿਆਂ ਵਿੱਚ ਪੈ ਰਹੀ ਹੈ। ਬੱਚੇ ਇੱਥੇ ਤਰੱਕੀ ਕਰਨ ਦੀ ਬਜਾਏ ਬਾਹਰ ਨੂੰ ਜਾ ਰਹੇ ਹੈ। ਅਗਰ ਬੱਚੇ ਬਾਹਰ ਚਲੇ ਜਾਣਗੇ ਤਾਂ ਇੱਥੇ ਪੰਜਾਬ ਨੂੰ ਕੌਣ ਸੰਭਾਲੂਗਾ? ਇੱਥੇ ਜਿਹੜੇ ਹੜ੍ਹ ਆਏ ਨੇ, ਇੱਥੇ ਕਿਸੇ ਨੇ ਬਾਹਰ ਦੀ ਕੋਈ ਸਟੇਟ ਸਾਡੀ ਮਦਦ ਕਰਨ ਨਹੀਂ ਆਈ। ਸਿਰਫ ਪੰਜਾਬੀਆਂ ਨੇ ਹੀ ਪੰਜਾਬੀਅਤ ਦੀ ਮਦਦ ਕੀਤੀ ਆ। ਅਤੇ ਮੇਰੀ ਤਾਂ ਬਸ ਇਹੀ ਬੇਨਤੀ ਆ ਵੀ ਜੋ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਬਹਾਇਆ, ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਉਹ ਸਾਡੇ ਬੱਚੇ ਵੀ ਕਰਨ ਅਤੇ ਸਾਡੀ ਨੌਜਵਾਨ ਪੀੜ੍ਹੀ ਵੀ ਕਰੇ। ਅਤੇ ਪ੍ਰਸ਼ਾਸਨ ਵੀ ਜੇ ਬੱਚਿਆਂ ਨੂੰ ਪ੍ਰੋਤਸਾਹਿਤ ਕਰੂ ਤਦ ਹੀ ਬੱਚੇ, ਨੌਜਵਾਨ ਪੀੜ੍ਹੀ ਕਰੂਗੀ ਇਹ ਸਭ ਕੁਛ। ਅੱਜ ਐਂ ਲੱਗ ਰਿਹਾ ਜਿਵੇਂ ਦੇਸ਼ ਆਪਣਾ 76ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ, ਪਰ ਸਾਨੂੰ ਹਜੇ ਵੀ ਆਜ਼ਾਦੀ ਖਟਕ ਰਹੀ ਆ, ਕਿਉਂਕਿ ਉਹਨਾਂ ਸਮੇਂ ਦੀਆਂ ਸਰਕਾਰਾਂ ਸਾਨੂੰ ਉਹ ਨਹੀਂ ਕਰ ਰਹੀਆਂ, ਮਾਣ ਨਹੀਂ ਦੇ ਰਹੀਆਂ ਹੈਗੀਆਂ ਜਿੰਨਾ ਬਣਦਾ। ਵੀ ਸਾਨੂੰ ਜਦੋਂ ਬਾਜ਼ਾਰਾਂ 'ਚ ਜਾਂਦੇ ਹਾਂ ਜਾਂ ਨਿਕਲਦੇ ਹਾਂ ਜਾਂ ਸ਼ਹਿਰ 'ਚ ਕਿਤੇ ਜਾਂਦੇ ਹਾਂ, ਕਿਸੇ ਆਫਿਸ 'ਚ ਜਾਂਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਅਸੀਂ ਫਰੀਡਮ ਫਾਈਟਰ ਪਰਿਵਾਰ ਨਾਲ ਸੰਬੰਧਿਤ ਹਾਂ, ਫਰੀਡਮ ਫਾਈਟਰ ਦੇ ਅਸੀਂ ਪੋਤਰੇ ਹਾਂ, ਤਾਂ ਸਾਡਾ ਸਿਰ ਜਦੋਂ ਪੂਰਾ ਐਨ ਉੱਚਾ ਗਰਵ ਦੇ ਨਾਲ ਹੋ ਜਾਂਦਾ ਵੀ ਅਸੀਂ ਜਦੋਂ ਮਾਣ ਨਾਲ ਇਹ ਗੱਲ ਕਹਿੰਦੇ ਹਾਂ ਅਸੀਂ ਫਰੀਡਮ ਫਾਈਟਰ ਪਰਿਵਾਰ ਤੋਂ ਹਾਂ। ਜੇ ਗੱਲਬਾਤ ਕਰੀਏ ਤਾਮਰ ਪੱਤਰ ਦੀ ਸਨਮਾਨ ਦੀ, ਦੇਸ਼ ਦੇ 25ਵੇਂ ਜਦੋਂ ਆਜ਼ਾਦੀ ਦਿਵਸ ਮਨਾਇਆ ਗਿਆ ਸੀ, ਸ਼੍ਰੀਮਤੀ ਪ੍ਰਧਾਨ ਮੰਤਰੀ ਉਸ ਟਾਈਮ ਇੰਦਰਾ ਗਾਂਧੀ ਜੀ ਸਨ, ਉਹਨਾਂ ਨੇ ਤਾਮਰ ਪੱਤਰ ਦਿੱਤਾ। ਅਤੇ ਨਾਲ ਹੀ ਜੇ ਗੱਲ ਕਰੀਏ ਉਸ ਸਮੇਂ ਦੇ ਗਵਰਨਰ ਸਾਹਿਬ ਹੋਏ ਨੇ, ਉਹਨਾਂ ਵੱਲੋਂ ਵੀ ਕਿਤਾਬ ਛਾਪੀ ਗਈ ਜ਼ਿਲ੍ਹਾ ਲੁਧਿਆਣਾ ਦੇ, ਦੇਖੋ MM ਚੌਧਰੀ ਸਾਹਿਬ, ਅਤੇ ਨਾਲ ਹੀ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ ਹੋਏ ਨੇ, ਅਤੇ ਨਾਲ ਹੀ ਜੋਗਿੰਦਰਪਾਲ ਪਾਂਡੇ, ਠੀਕ ਹੈ, ਉਹਨਾਂ ਵੱਲੋਂ ਕਿਤਾਬ ਛਾਪੀ ਗਈ ਸੀ। ਅਤੇ ਮਾਣ ਹੁੰਦਾ ਜਦੋਂ ਇਸ ਕਿਤਾਬ ਨੂੰ ਅਸੀਂ ਲੈ ਕੇ ਕਿਸੇ ਸਰਕਾਰੀ ਦਫ਼ਤਰ 'ਚ ਜਾਂ ਕਿਤੇ ਜਾ ਕੇ ਗੱਲਬਾਤ ਕਰਦੇ ਹਾਂ ਵੀ ਇਸ ਕਿਤਾਬ 'ਚ ਸਾਡੇ ਦਾਦਾ ਜੀ ਦੀ ਫੋਟੋ, ਸਰਦਾਰ ਰਘਬੀਰ ਸਿੰਘ ਜੀ ਦੀ ਫੋਟੋ ਲੱਗੀ, ਔਰ ਉਹਨਾਂ ਦਾ ਜਨਮ ਦਾ ਬਿਊਰਾ ਅਤੇ ਉਹਨਾਂ ਦੀ ਜਿਹੜੀ ਸਜ਼ਾ ਕੱਟੀ ਉਹਨਾਂ ਨੇ ਆਜ਼ਾਦੀ ਨੂੰ ਮਨਾਉਣ ਲਈ, ਆਜ਼ਾਦੀ ਨੂੰ ਪ੍ਰਾਪਤ ਕਰਨ ਲਈ। ਸਿਵਲ ਨਾਫਰਮਾਨੀ ਇੱਕ ਐਸੀ ਲਹਿਰ ਸੀ, ਇਹਦੇ ਵਿੱਚ ਉਹਨਾਂ ਨੇ ਸਜ਼ਾ ਭੋਗੀ ਹੈ। ਅਤੇ ਜਦੋਂ ਅਸੀਂ ਜਾਂਦੇ ਹਾਂ ਅਤੇ ਦਿਖਾਉਂਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਬੜਾ ਮਾਣ ਹੋ ਜਾਂਦਾ ਵੀ ਅਸੀਂ ਉਸ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸੋ ਸਾਨੂੰ ਇਸ ਗੱਲ ਦਾ ਬਹੁਤ ਮਾਣ ਹੁੰਦਾ ਹੈ। ਅੱਜ ਜੋ ਸਾਡੇ ਸੁਤੰਤਰਤਾ ਸੰਗਰਾਮੀਆਂ ਨੂੰ ਸਾਲ ਬਾਅਦ ਯਾਦ ਕੀਤਾ ਜਾਂਦਾ ਹੈ, ਜਾਂ ਇੱਕ ਕਿਸਮ ਦਾ ਫਾਰਮੈਲਿਟੀ ਦੇ ਤੌਰ 'ਤੇ ਸਰਕਾਰਾਂ ਵੱਲੋਂ, ਚਾਹੇ ਉਹ DC ਆਫਿਸ ਹੋਵੇ, ਚਾਹੇ ਉਹ SDM ਆਫਿਸ ਹੋਵੇ, ਚਾਹੇ ਕੋਈ ਹੋਰ ਵੀ ਅਦਾਰਾ ਹੋਵੇ, ਉੱਥੇ ਸਨਮਾਨ ਕੀਤਾ ਜਾਂਦਾ ਹੈ। ਜਸਟ ਇੱਕ ਛੋਟਾ ਜਿਹਾ ਮੋਮੈਂਟੋ ਦੇ ਕੇ, ਇੱਕ ਲੋਈ ਦੇ ਕੇ ਅਤੇ ਇੱਕ ਮਠਿਆਈ ਦਾ ਡੱਬਾ ਦੇ ਕੇ ਸਨਮਾਨ ਕਰ ਦਿੱਤਾ ਜਾਂਦਾ, ਅਤੇ ਉਹ ਸਮਝਦੇ ਨੇ ਵੀ ਦਿਸ ਇਜ਼ ਸਫੀਸ਼ੈਂਟ ਫॉर ਦ ਫੈਮਲੀਜ਼ ਆਫ ਦੀਜ਼ ਮਾਰਟੀਅਰਸ ਐਂਡ ਫਰੀਡਮ ਫਾਈਟਰਸ। ਪਹਿਲਾਂ ਤਾਂ ਬੱਚਿਆਂ ਨੂੰ ਇਹੀ ਨਹੀਂ ਪਤਾ ਵੀ ਸੁਤੰਤਰਤਾ ਸੈਨਾਨੀ ਹੈ ਕੌਣ ਨੇ, ਉਹਨਾਂ ਨੂੰ ਕੁਛ ਨਹੀਂ ਪਤਾ ਸੁਤੰਤਰਤਾ ਸੈਨਾਨੀਆਂ ਨੇ ਕੀਤਾ ਕੀ ਸੀਗਾ, ਕੁਛ ਵੀ ਨਹੀਂ ਪਤਾ ਹੈਗਾ। ਸਕੂਲਾਂ ਵਿੱਚ ਉਹਨਾਂ ਨੂੰ ਇਹ ਸਬਜੈਕਟ ਹੀ ਨਹੀਂ ਪੜ੍ਹਾਇਆ ਜਾ ਰਿਹਾ ਕਿ ਆਪਣੇ ਦੇਸ਼ ਦੀ ਆਜ਼ਾਦੀ ਕਿਹਨੇ ਦਿਵਾਈ ਸੀ, ਕਿਉਂ ਦਿਵਾਈ ਸੀ, ਕਿਸ ਕਾਰਨ ਹੋਈ ਸੀ, ਕੁਛ ਵੀ ਨਹੀਂ ਪਤਾ। ਬਸ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਅੱਛੇ ਮਾਰਕਸ ਲਓ, ਆਈਲੈਟਸ ਕਰੋ ਅਤੇ ਬਸ ਬਾਹਰ ਜਾਣਾ। ਮੈਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਵੀ ਬੇਨਤੀ ਕਰਦੀ ਹਾਂ ਵੀ ਅਗਰ ਬਚਾ ਸਕਦੇ ਹੋ ਤਾਂ ਆਪਣੇ ਦੇਸ਼ ਨੂੰ ਬਚਾ ਲਓ,
ਨਹੀਂ ਤਾਂ ਬਜ਼ੁਰਗ ਤਾਂ ਆਜ਼ਾਦੀ ਦੇ ਕੇ ਚਲੇ ਗਏ, ਪਰ ਆਪਣਾ ਦੇਸ਼ ਆਜ਼ਾਦ ਹੋਇਆ ਨਹੀਂ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇੱਕ ਚਿਹਰੇ ਦੇ ਉੱਤੇ ਮੁਸਕਾਨ ਆ ਸਾਰਿਆਂ ਦੇ, ਆਜ਼ਾਦੀ ਦੀ ਖੁਸ਼ੀ ਹੈ। ਹਰੇਕ ਦੇ ਚਿਹਰੇ ਦੇ ਉੱਤੇ ਇੱਕ ਵੱਡੀ ਵੱਡੀ ਸਮਾਈਲ ਆ, ਝੰਡੇ ਹੱਥਾਂ ਦੇ ਵਿੱਚ ਨੇ। ਲਾਲ ਕਿਲੇ ਦੇ ਉੱਤੇ ਝੰਡਾ ਵੀ ਜਿਹੜਾ ਲਹਿਰਾ ਦਿੱਤਾ ਗਿਆ ਆ ਪ੍ਰਧਾਨ ਮੰਤਰੀ ਵੱਲੋਂ। ਪਰ ਉਸ ਝੰਡੇ ਨੂੰ ਲਹਿਰਾਉਣ ਵਾਸਤੇ ਕਿੰਨੇ ਹੀ ਖੂਨ ਡੁੱਲੇ ਨੇ ਇਸ ਧਰਤੀ ਦੇ ਉੱਤੇ। ਉਸ ਝੰਡੇ ਦੀ ਕੀਮਤ ਇੱਕ ਫੌਜੀ ਸਿਪਾਹੀ, ਇੱਕ ਚੰਗਾ ਨਾਗਰਿਕ ਜਾਣਦਾ ਹੁੰਦਾ ਕਿ ਅਸੀਂ ਇਹ ਆਜ਼ਾਦੀ ਕਿਵੇਂ ਲਈ ਹੈ। ਤੇ ਉਹ ਸ਼ਖਸ ਵੀ ਜਾਣਦੇ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਉਸ ਆਜ਼ਾਦੀ ਦਾ ਹਿੱਸਾ ਬਣੇ ਹੋਣ। ਅੱਜ ਉਹਨਾਂ ਪਰਿਵਾਰਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਜਿਨ੍ਹਾਂ ਨੇ ਆਜ਼ਾਦੀ ਲੈਣ ਵਾਸਤੇ, ਜਿਨ੍ਹਾਂ ਦੇ ਪਰਿਵਾਰ, ਜਿਨ੍ਹਾਂ ਦੇ ਦਾਦੇ, ਕਿਸੇ ਦਾ ਭਾਈ ਨੇ ਨਹੀਂ ਸੋਚਿਆ ਕਿ ਹਾਂ ਇਸ ਦਾ ਆਉਣ ਵਾਲਾ ਸਿੱਟਾ ਕੀ ਹੋਊਗਾ, ਪਰ ਆਪਣੀ ਜਿਹੜੀ ਹੈ ਜ਼ਿੰਦਗੀ ਤੋਂ ਵੱਡੀ ਆਜ਼ਾਦੀ ਸਮਝੀ ਉਸ ਦੇਸ਼ ਦੀ। ਪਰ ਅੱਜ ਸਾਡੇ ਨਾਲ ਨਾ ਪ੍ਰਗਟ ਸਿੰਘ ਜੀ ਨੇ, ਆਪਾਂ ਇਹਨਾਂ ਤੋਂ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਉਸ ਪਰਿਵਾਰ ਦੇ ਜੀਓ ਕਿ ਜਿਨ੍ਹਾਂ ਨੇ ਇੱਕ ਐਸੀ ਮੁਹਿੰਮ ਦਾ, ਜਿਹਨੇ ਕਹਿੰਦੇ ਨਹੀਂ ਹੁੰਦੇ ਕਿ ਸ਼ਹਾਦਤ ਸ਼ਬਦ ਜਦੋਂ ਕੋਈ ਬੋਲਦਾ ਤਾਂ ਪਹਿਲਾਂ ਹੀ ਛਾਤੀ ਫੁੱਲ ਜਾਂਦੀ ਹੈ ਕਿ ਅਸੀਂ ਉਸ ਪਰਿਵਾਰ ਦੇ ਵਿੱਚੋਂ। ਹਾਂਜੀ, ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਸੁਤੰਤਰਤਾ ਸੰਗਰਾਮੀ, ਆਜ਼ਾਦ ਹਿੰਦ ਫੌਜ ਵਿੱਚ ਉਹਨਾਂ ਨੇ ਸੁਭਾਸ਼ ਚੰਦਰ ਬੋਸ ਜੀ ਨਾਲ ਆਜ਼ਾਦੀ ਦਾ ਸੰਘਰਸ਼ ਲੜਿਆ, ਜਿਸ ਵਿੱਚ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ। ਅਤੇ ਦੇਸ਼ ਦੇ ਵਿੱਚ ਆਜ਼ਾਦ ਹਿੰਦ ਫੌਜ ਜਿਹੜੀ ਸੁਭਾਸ਼ ਚੰਦਰ ਬੋਸ ਜੀ ਦੁਆਰਾ ਬਣਾਈ ਗਈ ਸੀ, ਉਸ ਦੇ ਨਾਲ ਉਹ ਚੱਲਦੇ ਰਹੇ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਜਿਹੜਾ ਅਹਿਮ ਯੋਗਦਾਨ ਦਿੱਤਾ। ਅਤੇ ਇਸ ਦੇ ਨਾਲ ਸਮੇਂ-ਸਮੇਂ 'ਤੇ ਇਹਨਾਂ ਨੂੰ ਬਾਅਦ ਵਿੱਚ ਸਰਕਾਰਾਂ ਦੁਆਰਾ ਸਨਮਾਨ ਪੱਤਰ ਜਾਂ ਤਾਮਰ ਪੱਤਰ ਵੀ ਮਿਲਦੇ ਰਹੇ, ਜਿਹੜਾ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਰਿਹਾ। ਪਰੰਤੂ ਜਿਹੜੀਆਂ ਅਜੋਕੀਆਂ ਸਮੇਂ ਦੀਆਂ ਹੁਣ ਸਰਕਾਰਾਂ ਨੇ ਉਹ ਅਣਗੌਲੇ ਵੀ ਕਰ ਰਹੀਆਂ ਹਨ। ਕੀ ਕਾਰਨ ਲੱਗਦਾ ਕਿ ਜਿਸ ਦੇਸ਼ ਨੂੰ ਸਿਰਜਣ ਵਾਸਤੇ ਆਪਣੇ ਸ਼ਹੀਦੀ ਦਿੱਤੀ ਆਪਣੇ ਬਜ਼ੁਰਗਾਂ ਨੇ, ਆਪਣੇ ਘਰ ਦੇ ਮੈਂਬਰਾਂ ਨੇ, ਕੀ ਲੱਗਦਾ ਕਿ ਉਸ ਆਜ਼ਾਦੀ ਦਾ ਨਿੱਘ ਬੇਸ਼ੱਕ ਅੱਜ ਸਾਰਾ ਦੇਸ਼ ਮੰਨ ਰਿਹਾ, ਪਰ ਲੱਗਦਾ ਕਿ ਉਸ ਤਰ੍ਹਾਂ ਦੀ ਆਜ਼ਾਦੀ ਸੀ ਜਿਸ ਤਰ੍ਹਾਂ ਦੀ ਸੋਚ ਕੇ ਉਹਨਾਂ ਨੇ ਸ਼ਹੀਦੀ ਦਿੱਤੀ? ਹਾਂਜੀ, ਅੱਜ ਐਂ ਲੱਗ ਰਿਹਾ ਜਿਵੇਂ ਦੇਸ਼ ਆਪਣਾ 76ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ, ਪਰ ਸਾਨੂੰ ਹਜੇ ਵੀ ਆਜ਼ਾਦੀ ਖਟਕ ਰਹੀ ਆ, ਕਿਉਂਕਿ ਉਹਨਾਂ ਸਮੇਂ ਦੀਆਂ ਸਰਕਾਰਾਂ ਸਾਨੂੰ ਉਹ ਨਹੀਂ ਕਰ ਰਹੀਆਂ, ਮਾਣ ਨਹੀਂ ਦੇ ਰਹੀਆਂ ਹੈਗੀਆਂ ਜਿੰਨਾ ਬਣਦਾ। ਸਾਨੂੰ ਪੋਤਿਆਂ ਤੱਕ ਹੀ ਦੇ ਕੇ ਜੋ ਵੀ ਕੁਛ ਜੋ ਵੀ ਮਾਣ ਸਨਮਾਨ ਮਿਲ ਰਿਹਾ, ਉਦੋਂ ਬਾਅਦ ਉਸ ਨੂੰ ਖਤਮ ਹੀ ਕੀਤਾ ਜਾ ਰਿਹਾ। ਅਗਾਊਂ ਜਿਨ੍ਹਾਂ ਨੇ ਦੇਸ਼ ਲਈ ਯੋਗਦਾਨ ਦਿੱਤਾ, ਦੇਸ਼ ਨੂੰ ਆਜ਼ਾਦ ਕਰਵਾਇਆ, ਉਹਨਾਂ ਨੂੰ ਸਾਈਡ 'ਤੇ ਕਰਕੇ ਕਿ ਕੋਈ ਕੁਛ ਨਾ ਮਾਤਰ ਪ੍ਰਾਪਤੀ ਹੀ ਕਹਿ ਸਕਦੇ ਹਾਂ ਇਸ ਨੂੰ। ਹਾਂ, ਜਿਹੜੀ ਕਿ ਆਜ਼ਾਦੀ ਦਾ ਕੋਈ ਨਿੱਘ ਮੰਨਣ ਵਿੱਚ ਉਹ ਇੰਨਾ ਹੈ ਨਹੀਂ, ਪੂਰਨੀ ਹੈਗੀ ਜੀ। ਪਰ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਜਦੋਂ ਸਮਾਜ ਦੇ ਵਿੱਚ ਆਪਾਂ ਲੰਘਦੇ ਹਾਂ ਤਾਂ ਇੱਕ ਵਾਰ ਤਾਂ ਛਾਤੀ ਤਾਂ ਚੌੜੀ ਹੋਈ ਜਾਂਦੀ ਹੈ ਜਦੋਂ ਅਗਲਾ ਉਂਗਲਾ ਕਰਕੇ ਕਹਿੰਦਾ ਕਿ ਯਾਰ ਨਹੀਂ, ਇਹ ਸ਼ਹੀਦ ਫਰੀਡਮ ਫਾਈਟਰ ਅਮਰ ਸਿੰਘ ਜੀ ਦੇ ਪੋਤੇ ਜਾ ਰਹੇ। ਹਾਂਜੀ, ਇੱਕ ਵਾਰ ਤਾਂ ਜਦੋਂ ਮਾਣ ਮਹਿਸੂਸ ਹੁੰਦਾ ਵੀ ਸਾਡੇ ਬਜ਼ੁਰਗਾਂ ਨੇ ਇਹ ਦੇਸ਼ ਆਜ਼ਾਦ ਕਰਾਉਣ ਦੇ ਲਈ ਆਪਣਾ ਤਨ ਮਨ ਧਨ ਦੇਸ਼ ਦੇ ਲਈ ਲਗਾ ਦਿੱਤਾ। ਕੁਛ ਉਹਨਾਂ ਨੇ ਆਪਣੇ ਪਰਿਵਾਰਾਂ ਬਾਰੇ ਨਹੀਂ ਸੋਚਿਆ, ਆਪਣਾ ਦੇਸ਼ ਦੀ ਆਜ਼ਾਦੀ ਦੇ ਲਈ ਉਹ ਜੰਗ ਦੇ ਮੈਦਾਨ ਵਿੱਚ ਚਲੇ ਗਏ ਅਤੇ ਉੱਥੇ ਉਹਨਾਂ ਨੇ ਕੁਆਲਾਲੰਪਰ ਵਿਖੇ ਮੇਰੇ ਦਾਦਾ ਜੀ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ, ਅਤੇ ਹੋਰ ਆਪਣਾ ਜੋ ਵੀ ਉਸ ਸਮੇਂ ਦੀ ਆਪਣਾ ਸਹਿਯੋਗ ਦੇ ਸਕਦੇ ਸੀ ਤਾਂ ਇਹਨਾਂ ਨੇ ਉਹਨਾਂ ਯੋਗਦਾਨ ਦਿੱਤਾ। ਮਾਣ ਮਹਿਸੂਸ ਹੁੰਦਾ ਜੀ ਵੀ ਚਲੋ ਸਾਡੇ ਵੀ ਪਿੰਡ ਦੇ ਵਿੱਚ, ਸਾਡੇ ਰਾਜੇਵਾਲ ਪਿੰਡ ਦੇ ਵਿੱਚ ਵੀ ਕੋਈ ਆਜ਼ਾਦੀ ਯੋਧਾ ਸੀਗਾ ਜਿਹਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਪਣਾ ਬੜਮੁੱਲਾ ਯੋਗਦਾਨ ਦਿੱਤਾ। ਉਹ ਅੱਜ ਸਾਡੇ ਪਿੰਡ ਦੇ ਲਈ ਫਖਰ ਵਾਲੀ ਗੱਲ ਹੈ, ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਹੈ, ਜਿਹਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਬੜਮੁੱਲਾ ਯੋਗਦਾਨ ਦਿੱਤਾ। ਬਿਲਕੁਲ, ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੇ ਦਰਸ਼ਕ ਵੀ ਜਿਹੜਾ ਆ ਉਹ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਨੇ, ਤੇ ਹੋਰ ਵੀ ਪਰਿਵਾਰ ਨੇ ਆਪਣੇ ਨਾਲ, ਕਿਉਂਕਿ ਕਹਿੰਦੇ ਕਿ ਗਿਣਤੀ ਬਹੁਤ ਹੈ ਪਰ ਜਿੰਨੇ ਆਪਾਂ ਕਹਿ ਸਕਦੇ ਹਾਂ ਹਰੇਕ ਨੂੰ ਦੇਖ ਕੇ ਸ਼ੀਸ਼ ਹੀ ਨਮਨ ਹੁੰਦਾ। ਸਤਿ ਸ੍ਰੀ ਅਕਾਲ ਮਾਤਾ ਜੀ। ਤੇ ਮੈਂ ਇਹੀ ਕਹੂੰਗਾ ਕਿ
ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਉਸ ਕਹਿ ਸਕਦੇ ਹਾਂ ਉਸ ਪੀੜ੍ਹੀ ਦੇ ਵਿੱਚੋਂ ਹੋ ਜਾਂ ਉਸ ਸ਼ਖਸ ਦੇ ਅੰਸ਼ ਹੋ ਜਿਨ੍ਹਾਂ ਨੇ ਇੱਕ ਸ਼ਹੀਦੀ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਆਪਣਾ ਨਾਮ ਜ਼ਰੂਰ ਦੱਸੋ। ਦਰਸ਼ਨ ਕੌਰ ਆ ਜੀ। ਦਰਸ਼ਨ ਕੌਰ। ਹਾਂਜੀ। ਕਿ ਹੁਣ ਜਿਵੇਂ ਇਹਨਾਂ ਨੇ ਸੁਰਜੀਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ ਨੇ ਕਿਸੇ ਹਿਸਾਬ ਨਾਲ ਆਪਣਾ ਯੋਗਦਾਨ ਦਿੱਤਾ ਹੈਗਾ। ਹਾਂਜੀ। ਪਹਿਲਾਂ ਤਾਂ ਜੀ ਸੁਰਖਾਬ ਟੀਮ ਦੀ ਸਾਰੇ ਮੈਂਬਰਾਂ ਨੂੰ ਤਹਿ ਦਿਲੋਂ ਸਤਿ ਸ਼੍ਰੀ ਅਕਾਲ। ਜਿੰਨੇ ਵੀ ਦਰਸ਼ਕ ਸੁਣ ਰਹੇ ਨੇ, ਸਰੋਤੇ ਸੁਣ ਰਹੇ ਨੇ, ਮੇਰੇ ਦੇਸ਼ ਵਾਸੀ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਆਜ਼ਾਦੀ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। 75ਵਾਂ ਜੋ ਆਪਣਾ ਆਜ਼ਾਦੀ ਦਿਵਸ ਆ ਉਹ ਪੂਰਾ ਹੋ ਚੁੱਕਿਆ। 76ਵਾਂ ਆਜ਼ਾਦੀ ਦਿਵਸ ਆਪਾਂ ਮਨਾ ਰਹੇ ਹਾਂ ਸਾਰੇ ਜਾਣੇ, ਅਤੇ ਉਮੀਦ ਕਰਦਾ ਸਾਰੇ ਖੁਸ਼ਹਾਲ ਹੋਣਗੇ। ਇਸ ਖੁੱਲ੍ਹੀ ਫਿਜ਼ਾ ਦੇ ਵਿੱਚ ਆਨੰਦ ਮਾਣਨ ਲਈ ਬਹੁਤ ਹੀ ਅਰਸੇ ਲੱਗੇ, ਬਹੁਤ ਹੀ ਸ਼ਹੀਦਾਂ ਦਾ ਖੂਨ ਡੁੱਲਿਆ, ਬੜੇ ਹੀ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ। ਕਿਸੇ ਖਾਸ ਇੱਕ ਮਜ਼ਹਬ ਦੀ ਗੱਲ ਨਹੀਂ ਕਰੂੰਗਾ, ਕਿਸੇ ਖਾਸ ਇੱਕ ਧਰਮ ਦੀ ਗੱਲ ਨਹੀਂ ਕਰੂੰਗਾ, ਕਿਸੇ ਖਾਸ ਇੱਕ ਜਾਤ ਦੀ ਗੱਲ ਨਹੀਂ ਕਰੂੰਗਾ। ਆਜ਼ਾਦੀ ਦੇ ਜੇਕਰ ਮੈਂ ਗੱਲ ਕਰਾਂ ਸਰ, ਵੀ ਜਿਹੜਾ ਸੰਘਰਸ਼ ਆ ਉਹਦੇ ਵਿੱਚ ਹਰੇਕ ਗਲੀ, ਹਰੇਕ ਪਿੰਡ, ਹਰੇਕ ਸ਼ਹਿਰ, ਹਰੇਕ ਗਰਾਂ ਤੋਂ ਉੱਠ ਕੇ ਸੁਤੰਤਰਤਾ ਸੰਗਰਾਮੀਆਂ ਨੇ, ਯੋਧਿਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਦੇ ਵਿੱਚੋਂ ਇੱਕ ਨਾਮਵਰ ਸ਼ਖਸੀਅਤ ਸਾਡੇ ਪਿਤਾ ਜੀ ਸੀਗੇ, ਜਥੇਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਕਿ ਮਹਾਤਮਾ ਗਾਂਧੀ ਜੀ ਵੱਲੋਂ ਜੋ ਡੂ ਔਰ ਡਾਈ ਦਾ ਨਾਅਰਾ ਲਾਇਆ ਗਿਆ ਸੀ, ਕਰੋ ਜਾਂ ਮਰੋ ਦਾ ਨਾਅਰਾ ਲਾਇਆ ਗਿਆ ਸੀ, ਜਿਸ ਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਸਟਾਰਟ ਕੀਤਾ 9 ਅਗਸਤ 1942 ਨੂੰ 1942 ਨੂੰ ਕੁਇਟ ਇੰਡੀਆ ਮੂਵਮੈਂਟ ਦਾ ਜੋ ਆਗਾਜ਼ ਸਟਾਰਟ ਕੀਤਾ। ਅਤੇ ਲਾਰਡ ਵਾਇਸਰਾਏ ਵਿੰਸਟਨ ਚਰਚਿਲ ਵੱਲੋਂ ਪ੍ਰਾਈਮ ਮਿਨਿਸਟਰ ਜੋ ਸੀਗੇ ਉਸ ਵਕਤ, ਉਹਨਾਂ ਵੱਲੋਂ ਵੀ ਇਹ ਦੱਸਿਆ ਗਿਆ ਸੀਗਾ ਵੀ 1857 ਦੀ ਕ੍ਰਾਂਤੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਜੋ ਫੈਰੋਸ਼ੀਅਸ ਅਤੇ ਸਭ ਤੋਂ ਜੰਗਜੂ ਮੂਵਮੈਂਟ ਹੋਈ ਹੈ ਉਹ ਕੁਇਟ ਇੰਡੀਆ ਮੂਵਮੈਂਟ ਹੋਈ ਹੈ। ਕਿਉਂਕਿ ਉਸ ਵੇਲੇ ਨਾਲ ਦੀ ਨਾਲ ਹੀ ਵਰਲਡ ਵਾਰ 2 ਚੱਲ ਰਹੀ ਸੀਗੀ, ਜਿੱਥੇ ਕਿ ਬਾਕੀ ਜੋ ਮੁਲਕ ਨੇ ਸੰਸਾਰ ਦੇ ਉਹ ਆਪਣੇ ਨਿੱਜੀ ਸਵਾਰਥਾਂ ਦੇ ਲਈ ਜੋ ਜੰਗ ਲੜ ਰਹੇ ਸੀਗੇ, ਇੱਕ ਦੂਸਰੇ ਦੇ ਨਾਲ ਨਰਸੰਹਾਰ ਕਰ ਰਹੇ ਸੀਗੇ। ਉੱਥੇ ਹੀ ਮਹਾਤਮਾ ਗਾਂਧੀ ਜਾਂ ਹੋਰ ਜੋ ਜੰਗੀ ਯੋਧੇ ਸੀ, ਸ਼ਹੀਦ ਭਗਤ ਸਿੰਘ ਵਰਗੇ ਜਾਂ ਕੋਈ ਹੋਰ ਸੂਰਮੇ ਸੀ ਸਾਡੇ, ਅਨੇਕਾਂ ਨਾਮ ਨੇ, ਮੈਂ ਗਿਣ ਨਹੀਂ ਸਕਦਾ ਹੈਗਾ। ਉਹ ਯੋਧੇ ਆਪਣੇ ਦੇਸ਼ ਨੂੰ, ਆਪਣੀ ਮਿੱਟੀ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਸੰਘਰਸ਼ ਉਲੀਕ ਰਹੇ ਸੀਗੇ। ਉਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਦੀਆਂ ਕੁਰਬਾਨੀਆਂ ਗਈਆਂ। ਫਾਦਰ ਸਾਹਿਬ ਉਸ ਟਾਈਮ ਯੂਥ ਦੀ ਏਜ ਦੇ ਵਿੱਚ ਸੀਗੇ, ਆਪਣੇ ਭੂਆ ਜੀ ਕੋਲ ਰਹਿੰਦੇ ਸੀਗੇ। ਪਿੰਡ ਇਹਨਾਂ ਦਾ ਸੀਗਾ ਚੱਕ 71, ਤਹਿਸੀਲ ਜੜ੍ਹਾਂ ਵਾਲਾ ਸੀ, ਜ਼ਿਲ੍ਹਾ ਲਾਇਲਪੁਰ ਸੀਗਾ ਉਸ ਟਾਈਮ। 1942 ਤੋਂ ਲੈ ਕੇ 1944 ਤੱਕ ਇਹਨਾਂ ਨੇ ਬੋਸਟਨ ਜੇਲ੍ਹ ਲਾਹੌਰ ਦੇ ਵਿੱਚ ਜੋ ਡਿਟੇਨ ਹੋਏ, ਸੈਂਟੈਂਸਡ ਹੋਏ। ਹੋਰ ਵੀ ਕਾਫੀ ਯਾਤਨਾਵਾਂ ਇਹਨਾਂ ਨੇ ਕੱਟੀਆਂ। ਇਹਨਾਂ ਦੇ ਜੋ ਫੁੱਫੜ ਜੀ ਸੀਗੇ ਉਹ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਕਮਾਂਡਿੰਗ ਆਫੀਸਰ ਸੀਗੇ। ਬਾਕਾਇਦਾ ਉਹਨਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਨੇ ਆਰਮੀ ਨੂੰ ਬੇਖਿਲਾਫੀ ਦੇ ਕੇ ਆਏ। ਸੋ ਉਹਨਾਂ ਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ ਜਦੋਂ ਦੇਖਿਆ। ਹਾਂਜੀ ਬਿਲਕੁਲ। ਸੋ ਇਹੋ ਜਿਹੇ ਹੋਰ ਵੀ ਕਈ ਯੋਧੇ ਸਾਡੇ ਖੰਨੇ ਸ਼ਹਿਰ ਦੀ ਜੇਕਰ ਮੈਂ ਗੱਲ ਕਰਾਂ, ਸਰਦਾਰ ਰਘਵੀਰ ਸਿੰਘ ਭਾਟੀਆ ਜੀ, ਸਿਵਲ ਨਾਫਰਮਾਨੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਇਆ। ਹੋਰ ਵੀ ਬਹੁਤ ਜੰਗੀ ਸੂਰਮੇ ਹੋਏ ਜਿਨ੍ਹਾਂ ਨੇ ਕਿ ਫਰੀडम ਮੂਵਮੈਂਟ ਦੇ ਵਿੱਚ ਇਨਵੋਲਵਮੈਂਟ ਕੀਤੀ। ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੋ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਅੱਜ ਜੋ ਸਾਡੇ ਸੁਤੰਤਰਤਾ ਸੰਗਰਾਮੀਆਂ ਨੂੰ ਸਾਲ ਬਾਅਦ ਯਾਦ ਕੀਤਾ ਜਾਂਦਾ ਹੈ, ਜਾਂ ਮਤਲਬ ਇੱਕ ਕਿਸਮ ਦਾ ਫਾਰਮੈਲਿਟੀ ਦੇ ਤੌਰ 'ਤੇ ਸਰਕਾਰਾਂ ਵੱਲੋਂ, ਚਾਹੇ ਉਹ DC ਆਫਿਸ ਹੋਵੇ, ਚਾਹੇ ਉਹ SDM ਆਫਿਸ ਹੋਵੇ, ਚਾਹੇ ਕੋਈ ਹੋਰ ਵੀ ਅਦਾਰਾ ਹੋਵੇ, ਉੱਥੇ ਸਨਮਾਨ ਕੀਤਾ ਜਾਂਦਾ ਹੈ। ਜਸਟ ਇੱਕ ਛੋਟਾ ਜਿਹਾ ਮੋਮੈਂਟੋ ਦੇ ਕੇ, ਇੱਕ ਲੋਈ ਦੇ ਕੇ ਅਤੇ ਇੱਕ ਮਠਿਆਈ ਦਾ ਡੱਬਾ ਦੇ ਕੇ ਸਨਮਾਨ ਕਰ ਦਿੱਤਾ ਜਾਂਦਾ। ਅਤੇ ਉਹ ਸਮਝਦੇ ਨੇ ਵੀ ਦਿਸ ਇਜ਼ ਸਫੀਸ਼ੈਂਟ ਫॉर ਦਾ ਫੈਮਲੀਜ਼ ਆਫ ਦੀਜ਼ ਮਾਰਟੀਅਰਸ ਐਂਡ ਫਰੀडम ਫਾਈਟਰਸ। ਬਟ ਉਹ ਇਹ ਨਹੀਂ ਸੋਚਦੇ ਹੈਗੇ ਵੀ ਇਹ ਜੋ ਸੁਤੰਤਰਤਾ ਸੰਗਰਾਮੀ ਸੀਗੇ, ਇਹਨਾਂ ਨੇ ਕਦੇ ਵੀ ਪਰਿਵਾਰਵਾਦ ਦੇ ਲਈ ਨਹੀਂ ਕੁਰਬਾਨੀਆਂ ਦਿੱਤੀਆਂ। ਜਿਵੇਂ ਕਿ ਅਜੋਕੇ ਟਾਈਮ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਨੇ, ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਾਂਗਾ, ਮੈਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਕਰਾਂਗਾ, ਉਹ ਪਰਿਵਾਰਵਾਦ ਦੇ ਵਿੱਚ ਪੈ ਚੁੱਕੇ ਨੇ। ਜਿਵੇਂ ਹੀ ਕੋਈ ਪਾਵਰ ਦੇ ਵਿੱਚ ਆ ਰਿਹਾ ਹੈ ਤਾਂ ਉਸ ਚੀਜ਼ ਦਾ ਮਿਸਯੂਜ਼ ਕਰ ਰਿਹਾ ਹੈ। ਉਹ ਆਪਣੇ ਨਿੱਜੀ ਸਵਾਰਥਾਂ ਲਈ, ਆਪਣੇ ਪਰਿਵਾਰਾਂ ਦੀ ਤਰੱਕੀ ਦੇ ਲਈ ਸਮਾਜ ਦਾ ਫਾਇਦਾ ਚੱਕ ਰਹੇ ਨੇ, ਨਾ ਕਿ ਖੁਦ ਸਮਾਜ ਨੂੰ ਫਾਇਦਾ ਦੇ ਰਹੇ ਨੇ। ਜਦ ਕਿ ਸੁਤੰਤਰਤਾ ਸੰਗਰਾਮੀਆਂ ਨੇ ਆਪਣੀਆਂ ਜ਼ਮੀਨਾਂ ਗਵਾ ਕੇ
ਆਪਣਾ ਲਹੂ ਡੋਲ ਕੇ ਇਸ ਜ਼ਮੀਨ ਨੂੰ ਆਜ਼ਾਦ ਕਰਾਇਆ ਸੀ ਗੋਰਿਆਂ ਕੋਲੋਂ, ਔਰ ਆਪਾਂ ਅੱਜ ਖੁਦ ਗੋਰਿਆਂ ਦੇ ਗੁਲਾਮ ਬਣ ਰਹੇ ਹਾਂ। ਤੁਸੀਂ ਮੰਨੋਗੇ ਕਿ ਜਿਹੜੇ ਦੇਸ਼ ਤੋਂ ਸਾਡੇ ਬਜ਼ੁਰਗਾਂ ਨੇ ਸਾਨੂੰ ਆਜ਼ਾਦ ਕਰਾਇਆ, ਉੱਥੋਂ ਦਾ ਯੂਥ ਹੈ ਜੋ ਉਹ ਅੱਜ ਪਲਾਇਨ ਕਰ ਰਿਹਾ ਹੈ, ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ, ਸੈੱਟ ਹੋ ਰਿਹਾ, ਉਹਨਾਂ ਗੋਰਿਆਂ ਦਾ ਹੀ ਦੁਬਾਰਾ ਮੁੜ ਗੁਲਾਮ ਹੋ ਰਿਹਾ ਜਿਨ੍ਹਾਂ ਤੋਂ ਕਿਸੇ ਟਾਈਮ ਸੁਤੰਤਰਤਾ ਸੰਗਰਾਮੀਆਂ ਨੇ ਆਪਾਂ ਨੂੰ ਆਜ਼ਾਦੀ ਦਵਾਈ ਸੀ। ਸੋ ਇਸ ਪਾਸੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਤੇ ਲੋਕਾਂ ਦੇ ਲਈ, ਯੂਥ ਦੇ ਲਈ ਐਟਲੀਸਟ ਕੋਈ ਅੱਛੇ ਸਟੈਪ ਲੈਣੇ ਚਾਹੀਦੇ ਨੇ। ਜੌਬਸ ਦੇ ਲਈ, ਫੈਸਿਲਿਟੀਜ਼ ਦੇ ਲਈ, ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਫੈਸਿਲਿਟੀ ਲਈ ਕੁਝ ਉਪਰਾਲਾ ਜ਼ਰੂਰ ਕਰਨਾ ਚਾਹੀਦਾ। ਜਦੋਂ ਤੁਸੀਂ ਜਥੇਦਾਰ ਸਰਦਾਰ ਸੁਰਜੀਤ ਸਿੰਘ ਜੀ ਨਾਲ ਤੁਸੀਂ ਗੱਲਬਾਤ ਕਰਦੇ ਹੋਵੋਗੇ, ਕੀ ਲੱਗਦਾ ਸੀਗਾ ਕਿ ਜਦੋਂ ਉਹ ਅੱਜ ਕੱਲ੍ਹ ਦਾ ਮਾਹੌਲ ਦੇਖਦੇ ਸੀ ਤੇ ਉਸ ਮਾਹੌਲ ਦੀ ਗੱਲ ਕਰਦੇ ਸੀ ਕਿ ਅਸੀਂ ਉਸ ਸਮੇਂ ਵਿੱਚ ਸ਼ਹੀਦੀ ਦੇਣ ਨੂੰ ਵੀ ਤਿਆਰ ਸੀ ਕਿ ਸਾਨੂੰ ਸਾਡਾ ਦੇਸ਼ ਆਜ਼ਾਦ ਚਾਹੀਦਾ। ਆਜ਼ਾਦੀ ਤੋਂ ਬਾਅਦ ਲੱਗਦਾ ਹੈ ਕਿ ਉਹਨਾਂ ਨੇ ਜਿਸ ਦੇਸ਼ ਦੀ ਕਾਮਨਾ ਕੀਤੀ ਹੋਊਗੀ ਉਹ ਅੱਜ ਦੇ ਸਮੇਂ ਨੂੰ ਦੇਖਦੇ ਹੋਣਗੇ, ਕੀ ਲੱਗਦਾ ਕਿ ਕਿੰਨਾ ਕੁ ਫਰਕ ਹੈ? ਬਿਲਕੁਲ ਜੀ, ਉਹਨਾਂ ਨੇ ਮੈਨੂੰ ਇਸ ਚੀਜ਼ ਦੱਸਿਆ ਵੀ ਉਹ ਵਕਤ ਜੋ ਸੀਗਾ ਉਹ ਕੁਰਬਾਨੀਆਂ ਦਾ ਸੀਗਾ ਦੌਰ। ਉਸ ਟਾਈਮ ਕੋਈ ਫਿਰਕਾ ਪ੍ਰਸਤੀ ਨਹੀਂ ਸੀ, ਕੋਈ ਧਰਮ ਪ੍ਰਸਤੀ ਨਹੀਂ ਸੀਗੀ, ਕੋਈ ਜਾਤੀਵਾਦ ਦਾ ਦੌਰ ਨਹੀਂ ਸੀਗਾ, ਕੋਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਹੀਂ ਸੀਗਾ। ਅੱਜ ਦੇ ਟਾਈਮ 'ਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਹੀ ਦੇਖਣ ਨੂੰ ਮਿਲਣਗੀਆਂ। ਅੱਜ ਦੇ ਟਾਈਮ 'ਚ ਤੁਹਾਨੂੰ ਮਿਲੂਗਾ ਭਾਈ ਭਤੀਜਾਵਾਦ ਦੇਖਣ ਨੂੰ ਮਿਲੂਗਾ। ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਆਫੀਸ਼ੀਅਲਸ ਜਿਹੜੇ ਨੇ ਉਹ ਰਿਸ਼ਵਤਖੋਰ ਹੋ ਚੁੱਕੇ ਨੇ, ਕਰਪਸ਼ਨ ਬਹੁਤ ਜ਼ਿਆਦਾ ਫੈਲ ਚੁੱਕੀ ਆ। ਉਸ ਟਾਈਮ ਸਭ ਦਾ ਇੱਕੋ ਟੀਚਾ ਸੀਗਾ ਕਿ ਆਪਾਂ ਰਲ ਮਿਲ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣੇ ਮੁਲਕ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣਾ, ਆਪਣੀ ਮਾਤ ਭੂਮੀ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣਾ। ਪਰ ਅੱਜ ਦਾ ਦੇਸ਼ ਜੋ ਹੈ ਆਜ਼ਾਦ ਜ਼ਰੂਰ ਹੋ ਚੁੱਕੇ ਆ, ਪਰ ਆਪਾਂ ਮਾਨਸਿਕ ਤੌਰ ਤੇ ਇਕਨੋਮਿਕਲੀ ਆਪਾਂ ਸਾਰੇ ਗੁਲਾਮ ਹੋ ਚੁੱਕੇ ਆ ਇੱਕ ਸਿਸਟਮ ਦੇ। ਬਿਲਕੁਲ। ਸੁਰਜੀਤ ਸਿੰਘ ਜੀ ਦੇ ਬੇਟੀ ਵੀ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਵੀ ਕਹਿੰਦੇ ਇੱਕ ਪਿਤਾ ਦੀ ਇੱਕ ਬੇਟੀ ਨਾਲ ਬੜੀ ਗਹਿਰੀ ਸਾਂਝ ਹੁੰਦੀ ਹੈ। ਤੁਹਾਡੀ ਵੀ ਬਹੁਤ ਸਾਂਝ ਰਹਿੰਦੀ ਹੋਗੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੋਣਗੇ, ਉਸ ਸਮੇਂ ਦੀਆਂ ਗੱਲਾਂ ਦੱਸਦੇ ਹੋਣਗੇ। ਮੈਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਦੇਸ਼ ਦੀ ਬੇਟੀ ਹੋਣ ਦੇ ਨਾਤੇ ਇੱਕ ਬੇਨਤੀ ਕਰਦੀ ਹਾਂ ਸਾਰਿਆਂ ਨੂੰ। ਦੇਸ਼ ਜ਼ਰੂਰ ਆਜ਼ਾਦ ਹੋ ਗਿਆ ਪਰ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਇਆ। ਸਾਡੀ ਨੌਜਵਾਨ ਪੀੜ੍ਹੀ ਦੇਖੋ ਕਿੱਥੇ ਜਾ ਰਹੀ ਹੈ, ਨਸ਼ਿਆਂ ਵਿੱਚ ਪੈ ਰਹੀ ਹੈ। ਬੱਚੇ ਇੱਥੇ ਤਰੱਕੀ ਕਰਨ ਦੀ ਬਜਾਏ ਬਾਹਰ ਨੂੰ ਜਾ ਰਹੇ ਆ। ਅਗਰ ਬੱਚੇ ਬਾਹਰ ਚਲੇ ਜਾਣਗੇ ਤਾਂ ਇੱਥੇ ਪੰਜਾਬ ਨੂੰ ਕੌਣ ਸੰਭਾਲੂਗਾ? ਇੱਥੇ ਜਿਹੜੇ ਹੜ੍ਹ ਆਏ ਨੇ, ਇੱਥੇ ਕਿਸੇ ਨੇ ਬਾਹਰ ਦੀ ਕੋਈ ਸਟੇਟ ਸਾਡੀ ਮਦਦ ਕਰਨ ਨਹੀਂ ਆਈ। ਸਿਰਫ ਪੰਜਾਬੀਆਂ ਨੇ ਹੀ ਪੰਜਾਬੀਅਤ ਦੀ ਮਦਦ ਕੀਤੀ ਆ। ਅਤੇ ਮੇਰੀ ਤਾਂ ਬਸ ਇਹੀ ਬੇਨਤੀ ਆ ਵੀ ਜੋ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਬਹਾਇਆ, ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਉਹ ਸਾਡੇ ਬੱਚੇ ਵੀ ਕਰਨ ਅਤੇ ਸਾਡੀ ਨੌਜਵਾਨ ਪੀੜ੍ਹੀ ਵੀ ਕਰੇ। ਅਤੇ ਪ੍ਰਸ਼ਾਸਨ ਵੀ ਜੇ ਬੱਚਿਆਂ ਨੂੰ ਪ੍ਰੋਤਸਾਹਿਤ ਕਰੂ ਤਦ ਹੀ ਬੱਚੇ, ਨੌਜਵਾਨ ਪੀੜ੍ਹੀ ਕਰੂਗੀ ਇਹ ਸਭ ਕੁਛ। ਤਾਂ ਹੀ ਉਹ ਦੇਸ਼ ਬਾਰੇ ਸੋਚਣਗੇ ਕਿ ਹਾਂ ਦੇਸ਼ ਦੀ ਅਹਿਮੀਅਤ ਕੀ ਹੁੰਦੀ ਹੈ, ਇੱਕ ਆਪਣੀ ਦੇਸ਼ ਦੀ ਮਿੱਟੀ ਦੀ ਅਹਿਮੀਅਤ ਕੀ ਹੁੰਦੀ ਹੈ। ਲੱਗਦਾ ਹੈ ਕਿ ਕਿਤੇ ਨਾ ਕਿਤੇ ਉਲਝ ਗਈ ਹੈ, ਨੌਜਵਾਨੀ ਪੀੜ੍ਹੀ ਉਲਝ ਗਈ ਹੈ। ਦੱਸਦੇ ਹੋਣਗੇ ਸੁਰਜੀਤ ਸਿੰਘ ਜੀ ਕਿ ਮੈਂ ਜਦੋਂ ਆਜ਼ਾਦੀ ਦੀ ਮੁਹਿੰਮ ਵੇਲੇ ਚੱਲਿਆ ਸੀਗਾ ਤਾਂ ਸੋਚਿਆ ਨਹੀਂ ਸੀ ਕਿ ਆਹ ਸਮਾਂ ਵੀ ਦੇਖ ਕੇ ਜਾਊਂਗਾ। ਨਹੀਂ, ਇਹ ਚੀਜ਼ ਤਾਂ ਹੈ ਹੀ ਨਹੀਂ ਸੀ, ਸਾਡੇ ਕਿਸੇ ਵੀ ਬਜ਼ੁਰਗ ਵਿੱਚ ਨਹੀਂ ਸੀ। ਜਿੰਨਾ ਅਸੀਂ ਬਜ਼ੁਰਗਾਂ ਵਿੱਚ ਵਿਚਰੇ ਹਾਂ, ਅਸੀਂ ਸਾਰਿਆਂ ਦੇ ਘਰ ਘਰ ਵੀ ਗਏ ਹਾਂ, ਸਭ ਨੂੰ ਮਿਲੇ ਹਾਂ। ਜੋ ਇਹ ਚੀਜ਼ਾਂ ਨੇ ਅਸੀਂ ਕਿਸੇ ਬਜ਼ੁਰਗ ਫਰੀਡਮ ਫਾਈਟਰ, ਸੁਤੰਤਰਤਾ ਸੈਨਾਨੀ ਦੇ ਵਿੱਚ ਅਸੀਂ ਇਹ ਚੀਜ਼ ਕਿਸੇ 'ਚ ਨਹੀਂ ਦੇਖੀ। ਹੁਣ ਤਾਂ ਬਹੁਤ ਪੱਖਪਾਤ ਹੀ ਬਹੁਤ ਹੋ ਗਿਆ ਹੈ ਬੱਚਿਆਂ ਵਿੱਚ। ਪਹਿਲਾਂ ਤਾਂ ਬੱਚਿਆਂ ਨੂੰ ਇਹੀ ਨਹੀਂ ਪਤਾ ਵੀ ਸੁਤੰਤਰਤਾ ਸੈਨਾਨੀ ਹੈ ਕੌਣ ਨੇ, ਉਹਨਾਂ ਨੂੰ ਕੁਛ ਨਹੀਂ ਪਤਾ ਸੁਤੰਤਰਤਾ ਸੈਨਾਨੀਆਂ ਨੇ ਕੀਤਾ ਕੀ ਸੀਗਾ, ਕੁਛ ਵੀ ਨਹੀਂ ਪਤਾ ਹੈਗਾ। ਸਕੂਲਾਂ ਵਿੱਚ ਉਹਨਾਂ ਨੂੰ ਇਹ ਸਬਜੈਕਟ ਹੀ ਨਹੀਂ ਪੜ੍ਹਾਇਆ ਜਾ ਰਿਹਾ ਕਿ ਆਪਣੇ ਦੇਸ਼ ਦੀ ਆਜ਼ਾਦੀ ਕਿਹਨੇ ਦਿਵਾਈ ਸੀ, ਕਿਉਂ ਦਿਵਾਈ ਸੀ, ਕਿਸ ਕਾਰਨ ਹੋਈ ਸੀ, ਕੁਛ ਵੀ ਨਹੀਂ ਪਤਾ। ਬਸ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਅੱਛੇ ਮਾਰਕਸ ਲਓ, ਆਈਲੈਟਸ ਕਰੋ ਅਤੇ ਬਸ ਬਾਹਰ ਜਾਣਾ, ਇਹੀ ਚੀਜ਼ ਸਿਖਾਈ ਜਾਂਦੀ ਆ। ਜਾਂ ਦੂਸਰਾ, ਬੱਚਿਆਂ ਨੂੰ ਨਸ਼ਿਆਂ ਵਿੱਚ ਪਾਇਆ ਜਾ ਰਿਹਾ ਹੈ। ਮੈਂ ਇਸ ਚੀਜ਼ ਦੀ ਮੈਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਵੀ ਬੇਨਤੀ ਕਰਦੀ ਹਾਂ ਵੀ ਅਗਰ ਬਚਾ ਸਕਦੇ ਹੋ ਤਾਂ ਆਪਣੇ ਦੇਸ਼ ਨੂੰ ਬਚਾ ਲਓ, ਨਹੀਂ ਤਾਂ ਬਜ਼ੁਰਗ ਤਾਂ ਆਜ਼ਾਦੀ ਦੇ ਕੇ ਚਲੇ ਗਏ ਪਰ ਆਪਣਾ ਦੇਸ਼ ਆਜ਼ਾਦ ਹੋਇਆ ਨਹੀਂ ਹੈ। ਪਾੜੀਆ ਸਾਹਿਬ, ਹਰ ਵਾਰ ਤੁਹਾਡੀ ਇੰਟਰਵਿਊ ਕਰਦੇ ਹਾਂ, ਹਰ ਸਾਲ ਤੁਹਾਡੇ ਕੋਲ ਇੱਕ ਸਾਲ ਬਾਅਦ ਫਿਰ ਦੁਬਾਰਾ ਤੇ ਪੂਰੇ 1 ਸਾਲ ਦੇ ਵਿੱਚ ਕੋਈ ਨਹੀਂ ਪੁੱਛਦਾ?
ਪਹਿਲਾਂ ਤਾਂ ਮੈਂ ਸੁਰਖਾਬ ਚੈਨਲ ਦਾ ਧੰਨਵਾਦ ਕਰਦਾ ਤੇ ਨਾਲ ਹੀ ਦੇਸ਼ ਦੇ 76ਵੇਂ ਸੁਤੰਤਰਤਾ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ, ਸਮੂਹ ਪੰਜਾਬ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਹੀ ਮੈਂ ਸਲੂਟ ਕਰਦਾ ਹਾਂ ਤੇ ਔਰ ਮੈਂ ਆਸ ਪ੍ਰਗਟ ਕਰਦਾ ਹਾਂ ਕਿ ਦੇਸ਼ ਵਾਸੀ 76ਵੇਂ ਦਿਵਸ ਦੇ ਉੱਤੇ ਸਭ ਨੂੰ ਖੁਸ਼ੀਆਂ ਪ੍ਰਗਟ ਹੋਣ। 1 ਸਾਲ ਬਾਅਦ ਬਾਈ ਜੀ ਨੇ ਵੀ ਪਿੱਛੇ ਗੱਲ ਕਹੀ ਕਿ ਪੂਰੇ 1 ਸਾਲ ਕੋਈ ਨਹੀਂ ਪੁੱਛਦਾ, 1 ਸਾਲ ਬਾਅਦ ਇੱਕ ਫਾਰਮੈਲਿਟੀ ਦੇ ਤੌਰ ਤੇ ਕਿਤੇ ਨਾ ਕਿਤੇ ਯਾਦ ਕਰ ਲਿਆ। ਨਹੀਂ, ਮੈਂ ਤੁਸੀਂ ਇੱਥੇ ਥੋੜ੍ਹੇ ਗਲਤ ਹੋ। ਪੱਤਰਕਾਰ ਭਾਈਚਾਰਾ ਜ਼ਰੂਰ ਪੁੱਛਦਾ। ਦੇਖੋ 1 ਸਾਲ ਬਾਅਦ ਉਹ ਜ਼ਰੂਰ ਸਾਡੇ ਕੋਲ ਆਉਂਦੇ ਨੇ, ਜੇ ਚਾਹੇ ਸਰਕਾਰਾਂ ਨਹੀਂ ਪੁੱਛਦੀਆਂ ਪਰ ਪੱਤਰਕਾਰ ਭਾਈਚਾਰਾ ਦੇਖੋ ਮੈਂ ਇਸ ਗੱਲੋਂ ਇੱਜ਼ਤ ਵੀ ਕਰਦਾ, ਉਹ ਹਰ ਸਾਲ ਆ ਕੇ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਨੇ, ਉਹਨਾਂ ਦਾ ਮੈਂ ਜ਼ਰੂਰ ਇੱਕ ਸਤਿਕਾਰ ਵਾਰ ਦਰਸ਼ਕਾਂ ਨੂੰ ਰਿਮਾਈਂਡਰ ਜ਼ਰੂਰ ਕਰਾਇਆ ਜਾਂਦਾ ਕਿ ਦੇਖੋ ਇਹਨਾਂ ਨੂੰ ਨਾ ਭੁੱਲ ਜਿਓ ਕਿਤੇ। ਪੜ੍ਹੇ ਸਭ ਵਧੀਆ ਤਾਂ ਲੱਗਦਾ ਹੋਊਗਾ, ਮਾਣ ਮਹਿਸੂਸ ਹੁੰਦਾ ਉਸ ਪਰਿਵਾਰ ਦਾ ਹਿੱਸਾ ਹੋਣਾ। ਦੇਖੋ ਮਾਨ ਤਾਂ ਮੈਂ ਪਹਿਲਾਂ ਵੀ ਗੱਲਬਾਤ ਕਹਿ ਦੱਸ ਚੁੱਕਿਆ ਵੀ ਸਾਨੂੰ ਜਦੋਂ ਬਾਜ਼ਾਰਾਂ 'ਚ ਜਾਂਦੇ ਆ ਜਾਂ ਨਿਕਲਦੇ ਆ ਜਾਂ ਸ਼ਹਿਰ 'ਚ ਕਿਤੇ ਜਾਂਦੇ ਹਾਂ, ਕਿਸੇ ਆਫਿਸ 'ਚ ਜਾਂਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਅਸੀਂ ਫਰੀडम ਫਾਈਟਰ ਪਰਿਵਾਰ ਨਾਲ ਸੰਬੰਧਿਤ ਹਾਂ, ਫਰੀडम ਫਾਈਟਰ ਦੇ ਅਸੀਂ ਪੋਤਰੇ ਆ, ਤਾਂ ਸਾਡਾ ਸਿਰ ਜਦੋਂ ਪੂਰਾ ਐਨ ਉੱਚਾ ਗਰਵ ਦੇ ਨਾਲ ਹੋ ਜਾਂਦਾ ਵੀ ਅਸੀਂ ਜਦੋਂ ਮਾਣ ਨਾਲ ਇਹ ਗੱਲ ਕਹਿੰਦੇ ਹਾਂ ਅਸੀਂ ਫਰੀडम ਫਾਈਟਰ ਪਰਿਵਾਰ ਤੋਂ ਹਾਂ। ਬਿਲਕੁਲ। ਦੇਖੋ ਅੱਜ ਦਾ ਜਿਹੜਾ ਸਮਾਂ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਸਨਮਾਨ ਜਿਹੜੇ ਨੇ ਉਹ ਮਿਲੇ ਨੇ। ਪੜ੍ਹੇ ਸਾਹਿਬ ਜਾਂਦੇ ਜਾਂਦੇ ਕੁਝ ਸੁਨੇਹਾ ਜ਼ਰੂਰ ਦੇਣਾ ਚਾਹੋ। ਜੇ ਗੱਲਬਾਤ ਕਰੀਏ ਤਾਮਰ ਪੱਤਰ ਦੀ ਸਨਮਾਨ ਦੀ, ਦੇਸ਼ ਦੇ 25ਵੇਂ ਜਦੋਂ ਆਜ਼ਾਦੀ ਦਿਵਸ ਮਨਾਇਆ ਗਿਆ ਸੀ, ਸ਼੍ਰੀਮਤੀ ਪ੍ਰਧਾਨ ਮੰਤਰੀ ਉਸ ਟਾਈਮ ਇੰਦਰਾ ਗਾਂਧੀ ਜੀ ਸਨ, ਉਹਨਾਂ ਨੇ ਤਾਮਰ ਪੱਤਰ ਦਿੱਤਾ। ਤੇ ਨਾਲ ਹੀ ਜੇ ਗੱਲ ਕਰੀਏ ਉਸ ਸਮੇਂ ਦੇ ਗਵਰਨਰ ਸਾਹਿਬ ਹੋਏ ਨੇ, ਉਹਨਾਂ ਵੱਲੋਂ ਵੀ ਕਿਤਾਬ ਛਾਪੀ ਗਈ ਜ਼ਿਲ੍ਹਾ ਲੁਧਿਆਣਾ ਦੇ ਦੇਖੋ MM ਚੌਧਰੀ ਸਾਹਿਬ, ਤੇ ਨਾਲ ਹੀ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ ਹੋਏ ਨੇ, ਤੇ ਨਾਲ ਹੀ ਜੋਗਿੰਦਰਪਾਲ ਪਾਂਡੇ, ਠੀਕ ਹੈ, ਉਹਨਾਂ ਵੱਲੋਂ ਕਿਤਾਬ ਛਾਪੀ ਗਈ ਸੀ। ਤੇ ਮਾਣ ਹੁੰਦਾ ਜਦੋਂ ਇਸ ਕਿਤਾਬ ਨੂੰ ਅਸੀਂ ਲੈ ਕੇ ਕਿਸੇ ਸਰਕਾਰੀ ਦਫ਼ਤਰ 'ਚ ਜਾਂ ਕਿਤੇ ਜਾ ਕੇ ਗੱਲਬਾਤ ਕਰਦੇ ਹਾਂ ਵੀ ਇਸ ਕਿਤਾਬ 'ਚ ਸਾਡੇ ਦਾਦਾ ਜੀ ਦੀ ਫੋਟੋ, ਸਰਦਾਰ ਰਘਬੀਰ ਸਿੰਘ ਜੀ ਦੀ ਫੋਟੋ ਲੱਗੀ ਔਰ ਉਹਨਾਂ ਦਾ ਜਨਮ ਦਾ ਬਿਊਰਾ ਤੇ ਉਹਨਾਂ ਦੀ ਜਿਹੜੀ ਸਜ਼ਾ ਕੱਟੀ ਉਹਨਾਂ ਨੇ ਆਜ਼ਾਦੀ ਨੂੰ ਮਨਾਉਣ ਲਈ, ਆਜ਼ਾਦੀ ਨੂੰ ਪ੍ਰਾਪਤ ਕਰਨ ਲਈ। ਸਿਵਲ ਨਾਫਰਮਾਨੀ ਇੱਕ ਐਸੀ ਲਹਿਰ ਸੀ, ਇਹਦੇ ਵਿੱਚ ਉਹਨਾਂ ਨੇ ਸਜ਼ਾ ਭੋਗੀ ਹੈ। ਤੇ ਜਦੋਂ ਅਸੀਂ ਜਾਂਦੇ ਹਾਂ ਤੇ ਦਿਖਾਉਂਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਤੇ ਸਾਨੂੰ ਬੜਾ ਮਾਣ ਹੋ ਜਾਂਦਾ ਵੀ ਅਸੀਂ ਉਸ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸੋ ਸਾਨੂੰ ਇਸ ਗੱਲ ਦਾ ਬਹੁਤ ਮਾਣ ਹੁੰਦਾ ਹੈ। ਹਾਂ ਬਿਲਕੁਲ। ਅਸੀਂ ਵੀ ਦਰਸ਼ਕਾਂ ਤੋਂ ਇਹੀ ਜਿਹੜੀ ਹੈ ਉਮੀਦ ਰੱਖਾਂਗੇ ਕਿਉਂਕਿ ਫਰੀडम ਫਾਈਟਰ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ ਵਾਸਤੇ ਸ਼ਹੀਦੀਆਂ ਦਿੱਤੀਆਂ, ਉਹਨਾਂ ਨੂੰ ਹਮੇਸ਼ਾ ਜਿਹੜਾ ਹੈ ਆਪਣੇ ਦਿਲ ਦੇ ਵਿੱਚ ਰੱਖਣਾ ਚਾਹੀਦਾ ਹੈ, ਦਿਮਾਗ ਦੇ ਵਿੱਚ ਰੱਖਣਾ ਚਾਹੀਦਾ। ਪੜ੍ਹੇ ਸਾਹਿਬ ਜਾਂਦੇ ਜਾਂਦੇ ਕੋਈ ਸੁਨੇਹਾ? ਦੇਖੋ ਮੈਂ ਇੱਕ ਮੰਗ ਚਾਹੁੰਦਾ ਸਰਕਾਰ ਤੋਂ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ ਨੇ, ਜਿਵੇਂ ਕਿ ਸਰਕਾਰਾਂ ਨੇ ਹੋਰ ਰਿਜ਼ਰਵੇਸ਼ਨਾਂ ਕੀਤੀਆਂ ਹੋਈਆਂ, ਸਾਡਾ ਇੱਕ 1.5% ਕੋਟਾ ਕੀਤਾ ਸੀ ਸਰਕਾਰੀ ਨੌਕਰੀ ਲਈ, ਪਰ ਉਹ ਵੀ ਨਹੀਂ ਮਿਲਦੀਆਂ। ਪਰ ਮੈਂ ਇੱਕ ਬੇਨਤੀ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਸੈਂਟਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇੱਕ ਐਸਾ ਆਰਡੀਨੈਂਸ ਇੱਕ ਕਾਨੂੰਨ ਲੈ ਕੇ ਆਉਣ, ਉਹਦੇ ਵਿੱਚ ਜਿਵੇਂ ਕਿ ਕੁਝ ਪਰਸੈਂਟੇਜ ਇਹਨੂੰ ਰਿਜ਼ਰਵ ਕਰਦੇ ਨੇ ਵੀ ਸੁਤੰਤਰਤਾ ਪਰਿਵਾਰ ਲਈ ਰਾਜ ਸਭਾ ਦੀ ਸੀਟ ਹੋਵੇ, ਪਾਰਲੀਮੈਂਟ ਦੀ ਸੀਟ ਹੋਵੇ, ਤੇ ਚਾਹੇ ਵਿਧਾਨ ਸਭਾ ਦੀ ਸੀਟ ਹੋਵੇ, ਚਾਹੇ ਮਿਊਨਿਸਪਲ ਕਮੇਟੀ ਦੀ ਹੋਵੇ ਇਲੈਕਸ਼ਨ, ਉਹਦੇ ਵਿੱਚ ਵੀ ਰਿਜ਼ਰਵ। ਦੇਖੋ ਇਸ ਪਰਿਵਾਰ ਡਿਜ਼ਰਵ ਕਰਦੇ ਆ, ਪਰਿਵਾਰ ਜਿਹੜੇ ਡਿਜ਼ਰਵ ਕਰਦੇ ਨੇ ਇਸ ਗੱਲ ਦੇ ਕਿ ਉਹ ਵੀ ਪਾਰਲੀਮੈਂਟ 'ਚ ਜਾ ਕੇ ਬੋਲ ਸਕਣ ਤੇ ਆਪਣੀ ਆਵਾਜ਼ ਨੂੰ ਉਠਾ ਸਕਣ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਲੀਡਰ ਨੇ ਉਹ ਗੂੰਗੇ ਬਹਿਰੇ ਨੇ, ਉਹ ਨਹੀਂ ਬੋਲਦੇ ਹੈ ਕਿ ਨਾ ਉਹਨਾਂ ਨੇ ਗੱਲਬਾਤ ਕਰਨੀ ਹੈ ਇਸ ਫਰੀडम ਫਾਈਟਰ ਪਰਿਵਾਰ ਬਾਰੇ। ਦੇਖੋ ਥੋੜ੍ਹੀ ਜਿਹੀ ਲਾਲਚ ਦੇ ਕੇ 1600 ਰੁਪਇਆ ਵਧਾਤਾ ਫਰੀडम ਫਾਈਟਰ, ਪਰ ਮੈਂ ਇੱਕ ਗੱਲ ਹੋਰ ਵੱਡੀ ਕਰਨ ਜਾ ਰਿਹਾ, ਜਿਹੜੇ ਲਾਈਵ ਫਰੀडम ਫਾਈਟਰ ਨੇ ਉਹ ਤਾਂ ਸਭ ਚੜ੍ਹਾਈ ਕਰ ਚੁੱਕੇ ਨੇ ਤਕਰੀਬਨ। ਜੇ ਆਪਾਂ ਦੇਖੀਏ ਜਿੰਨੇ ਵੀ ਫਰੀडम ਫਾਈਟਰ ਸੀ ਲਾਈਵ ਸੀ, ਕਿ ਥੋੜ੍ਹੇ ਬਹੁਤ ਜੇ ਪੰਜਾਬੀ ਦਾ ਲਫ਼ਜ਼ ਕਹਿ ਰਿਹਾ, ਵੈਸੇ ਇੱਕਾ ਦੁੱਕਾ ਫਰੀडम ਫਾਈਟਰ ਹੈਗੇ ਹੋਣੇ ਨੇ ਜਿਹੜੇ ਕੋਈ ਹੋਣਗੇ, ਥੋੜ੍ਹੇ ਬਹੁਤ ਜਿੰਨਾਂ ਦੀ ਗਿਣਤੀ ਹੈ। ਤੇ ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਦੀਆਂ ਉਹਨਾਂ ਦੀ ਬੀਬੀਆਂ ਵੀ ਤਕਰੀਬਨ ਕਿਉਂਕਿ ਉਮਰ ਦੇ ਤਕਾਜ਼ੇ ਨਾਲ ਚਲਾਈ। ਤੇ ਮੇਰੀ ਬੇਨਤੀ ਹੈ ਜੇ ਸਰਕਾਰ ਨੇ ਕੁਝ ਕਰਨਾ ਹੈ ਤਾਂ ਉਹਨਾਂ ਦੇ ਪਰਿਵਾਰ ਲਈ, ਪੋਤੇ ਪੋਤੀਆਂ ਲਈ, ਦੋਤੇ ਦੋਤੀਆਂ ਲਈ, ਧੀਆਂ ਨੂੰ ਵੀ ਇਸ ਸਕੀਮ ਦੇ ਵਿੱਚ ਲੈਣ, ਤੇ ਨਾਲ ਹੀ ਰਾਜ ਸਭਾ ਦੀ ਤੇ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਤੇ ਮਿਊਨਿਸਪਲ ਕਮੇਟੀ ਦੀ ਜਾਂ ਨਗਰ ਨਿਗਮ ਦੀ ਸੀਟ ਰਿਜ਼ਰਵ ਵੀ ਰੱਖਣ, ਮੇਰੀ ਬੇਨਤੀ ਹੈ। ਬਿਲਕੁਲ। ਜੇ ਕੋਈ ਸਰਕਾਰੀ ਦਰਬਾਰਾ ਦੇਖ ਰਿਹਾ ਜਾਂ ਸੈਂਟਰ ਸਰਕਾਰ ਦੇ ਵਿੱਚ ਕੋਈ ਨੇੜਲਾ ਬੰਦਾ ਉਹਨਾਂ ਦਾ ਦੇਖ ਰਿਹਾ ਤਾਂ ਇੱਕ ਵਾਰ ਜਿਹੜਾ ਆ ਫਰੀडम ਫਾਈਟਰਾਂ ਨੂੰ ਆਪਾਂ ਹਰ ਸਾਲ ਯਾਦ ਤਾਂ ਕਰਦੇ ਹਾਂ, ਪਰ ਕਈ ਇੰਝ ਲੱਗਦਾ ਹੁੰਦਾ ਕਿ ਹਾਂ ਸ਼ਾਇਦ 15 ਨੂੰ ਨਾ ਤੇ 16 ਤਰੀਕ ਨੂੰ ਆਪਾਂ ਸਭ ਭੁੱਲ ਜਾਂਦੇ ਹਾਂ। ਉਹੀ ਝੰਡੇ ਹੱਥਾਂ ਦੇ ਵਿੱਚ, ਉਹਨਾਂ ਦੇ ਨਾਮ, ਫਿਰ ਨਾਮ 1 ਸਾਲ ਬਾਅਦ ਯਾਦ ਆਉਂਦੇ ਨੇ। ਯਾਦ ਰੱਖਣਾ ਚਾਹੀਦਾ, ਪੜ੍ਹਨਾ ਵੀ ਚਾਹੀਦਾ ਤੇ ਦੂਜਿਆਂ ਨੂੰ ਦੱਸਣਾ ਵੀ ਚਾਹੀਦਾ। ਇਹ ਉਹੀ ਪਰਿਵਾਰ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇੱਕ ਆਜ਼ਾਦੀ ਲੈਣ ਵਾਸਤੇ। ਤੇ ਉਸੇ ਆਜ਼ਾਦੀ ਦੇ ਵਿੱਚ ਆਪਾਂ ਖੰਭ ਜਿਹੜੇ ਖੋਲ੍ਹ ਕੇ ਚੱਲ ਸਕਦੇ ਹਾਂ, ਆਪਣੇ ਅਧਿਕਾਰਾਂ ਦੀ ਗੱਲ ਕਰ ਸਕਦੇ ਹਾਂ, ਪਰ ਉਸ ਸਮੇਂ ਦੇ ਵਿੱਚ ਸ਼ਾਇਦ ਨਹੀਂ ਕਰ ਸਕਦੇ ਸੀ। ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਮਿੰਦਰ ਖੰਨੇ ਨੂੰ ਦੋ ਇਜਾਜ਼ਤ ਦੇ ਦਿਓ। ਰਹਿਮਤ ਵੀ ਧੰਨਵਾਦ।